बात करते हैं एक वड्डी खबर दे नाल। कांग्रेस विधायक संदीप जाखड़ ने कांग्रेस के प्रधान राजा वड़िंग ते तिखा पलटवार किया है। संदीप जाखड़ ने वड़िंग नूं चैलेंज दिता है ते कहा है कि हिम्मत है तो पार्टी तो कढ के दिखाओ। सूबा प्रधान वड़िंग मेरे तो क्यों डर रहे ने। नाल ही उन्होंने वड़िंग दी कारगुजारी नूं लैके भी सवाल चुके ने। क्या है कि वड़िंग प्रधान दी जिम्मेवारी ठीक ढंग नाल नहीं निभा रहे। दरअसल बीते दिनी अबोहर दे विच वर्करां नूं संबोधन करदिआं राजा वड़िंग ने चुनौती दिंदिआं कहा सी कि जेकर संदीप जाखड़ नूं अबोहर विच उन्हां दी हमायत दा इन्ना भरोसा है तो पार्टी तो अस्तीफा दे के मुड़ चोण क्यों नहीं लड़ लैंदे। ਇਹ राजा वड़िंग ने वर्करां दी मीटिंग दे विच कहा सी। अबोहर तो ही विधायक ने संदीप जाखड़ कांग्रेस दे विधायक ने। दरअसल पिछले समय दे विच सुनील जाखड़ बीजेपी चले गए, नाराजगी उन्हां दी ਜ਼ਾਹਰ होई, जिस तो बाद उन्होंने बीजेपी का पल्ला फड़ लिया। संदीप जाखड़ उन्हां दे भतीजे ने अबोहर तो चुन के विधायक बने ने। राजा वड़िंग पिछले दिनी अबोहर पहुंचे सी ते वर्करां दे नाल गलबात करदिआं वर्करां दी मीटिंग नूं संबोधन करदिआं उन्होंने कहा कि जे संदीप जाखड़ नूं अबोहर च उन्हां दी हमायत दा इन्ना भरोसा है तो पार्टी तो अस्तीफा दे के मुड़ चोण क्यों नहीं लड़ लैंदे। तां हुण संदीप जाखड़ ने पलटवार कीता है, तिखा पलटवार कीता है। राजा वड़िंग दी कारगुजारी ते भी सवाल चुके ने। क्या है कि वड़िंग प्रधान दी जिम्मेवारी ठीक ढंग नाल नहीं निभा रहे ते नाल ही उन्होंने कहा है कि हिम्मत है तो पार्टी तो कढ के दिखाओ। सूबा प्रधान ने कांग्रेस दे राजा वड़िंग मेरे तो क्यों डर रहे ने। न्यूज़ 18 ਤੇ ਜੁੜ ਚੁੱਕੇ ਨੇ। ਜਾਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ न्यूज़ 18 ਤੇ। ਹਾਂ ਨਮਸਕਾਰ ਜੀ ਪੰਕਜ ਜੀ, ਕੀ ਹਾਲ ਹੈ ਜੀ। ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਸਟੇਟਮੈਂਟ ਦਿੱਤੀ ਤੁਹਾਡੇ ਖਿਲਾਫ, ਤੁਸੀਂ ਸੁਣੀ ਹੋਣੀ ਹੈ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਪੰਕਜ ਜੀ ਮੈਂ ਵੀ ਕਹਿਣਾ ਚਾਹੂੰਗਾ ਇਮੈਚੁਰਿਟੀ, ਬਚਪਨਾ ਵੀ ਇੱਕ ਪਾਸੇ ਤਾਂ ਡਿਸਪਲਿਨ ਦੀ ਗੱਲਾਂ ਹੁੰਦੀ ਹੈ ਵੀ ਜਿਹੜੇ ਪਾਰਟੀ ਦੇ ਅੰਦਰੂਨੀ ਮਸਲੇ ਆ ਪਾਰਟੀ ਦੇ ਮੈਟਰਸ ਹੈ ਪਬਲਿਕਲੀ ਸਟੇਜ ਤੋਂ ਗੱਲਾਂ ਨਹੀਂ ਕਰਨੀ ਹੈ ਤੇ ਫਿਰ ਇਸ ਟਾਈਪ ਦੀ ਗੱਲਾਂ ਹੁੰਦੀ ਹੈ। ਐਂਡ ਮੈਂ ਤਾਂ ਇਹੀ ਕਹਿਣਾ ਜਿੰਨਾ ਕਿ ਮੈਨੂੰ ਪ੍ਰਧਾਨਗੀ ਦਾ ਸਮਝ ਲੱਗਦਾ ਕੋਈ ਕਿਸੇ ਦੇ ਡਿਫਰੈਂਸਿਸ ਹੈ, ਕੋਈ ਗਿਲੇ ਸ਼ਿਕਵੇ ਹੈ ਤੇ ਉਹਦਾ ਨਾਲ ਬਹਿ ਕੇ ਗੱਲ ਕਰੋ, ਸੌਟ ਆਊਟ ਕਰੋ। ਬਟ ਐਂਡ ਦੂਜਾ ਉਹ ਮੈਂ ਪ੍ਰੈਸ ਰਿਲੀਜ਼ ਪੜ੍ਹੀ ਤੇ ਅਗੇਨ ਜਿਹੜੀ ਮੈਂ ਇਮੈਚੁਰਿਟੀ ਦੀ ਗੱਲ ਕਰ ਰਿਹਾ ਵੀ ਚੈਲੰਜ, ਡੇਅਰ, ਇਹ ਜੀ ਲੈਂਗੁਏਜ ਮੈਂ ਜਿਹੜੀ ਉਹਦੇ ਵਿੱਚ ਲਿਖੀ ਹੈ ਪ੍ਰੈਸ ਰਿਲੀਜ਼ ਦੇ ਵਿੱਚ। ਜਦੋਂ ਪਤਾ ਲੱਗ ਜਾਏਗਾ ਕਿ ਅਬੋਹਰ ਚ ਕਾਂਗਰਸ ਜਿੰਦੀ ਹੈ ਜਾਂ ਮਰ ਗਈ। ਨਹੀਂ ਦੇਖੋ, ਪਾਰਟੀ ਇੱਕ ਬੰਦੇ ਨਾਲ ਕੋਈ ਨਾ ਤਾਂ ਪਾਰਟੀ ਜਿੰਦੀ ਨਾ ਕੋਈ ਪਾਰਟੀ ਮਰਦੀ, ਕੋਈ ਵੀ ਪਾਰਟੀ ਹੋਵੇ, ਠੀਕ ਹੈ ਜੀ। ਲੇਕਿਨ ਉਹਨਾਂ ਦਾ ਅਧਿਕਾਰ ਖੇਤਰ ਹੈ ਪ੍ਰਧਾਨ ਜੀ ਦਾ ਤੇ ਉਹਨਾਂ ਨੂੰ ਸੰਦੀਪ ਜਾਖੜ ਤੇ ਡਰ ਲੱਗਦਾ ਹੈ ਜਾਂ ਸੰਦੀਪ ਜਾਖੜ ਤੋਂ ਕੋਈ ਐਲਰਜੀ ਹੈ ਜਾਂ ਕੋਈ ਸੰਦੀਪ ਜਾਖੜ ਨਹੀਂ ਪਸੰਦ ਤਾਂ ਮੈਨੂੰ ਨੋਟਿਸ ਦੇ ਕੇ ਕੱਢ ਦੇਣ ਬਾਹਰ। ਕੌਣ ਰੋਕਦਾ ਉਹਨਾਂ ਨੂੰ ਜੀ? ਹੂ ਸਟਾਪਿੰਗ ਹਿਮ? ਕਰੋ। ਪਤਾ ਨਹੀਂ ਮੈਨੂੰ ਮੇਰੇ ਤੋਂ ਕਿਸ ਚੀਜ਼ ਦੀ ਉਹਨਾਂ ਨੂੰ ਐਲਰਜੀ ਹੈ। ਹੋ ਸਕਦਾ ਮਾਲਵੇ ਦੇ ਵਿੱਚ 2 ਹੀ ਜਿੱਤ ਕੇ ਆਏ, ਉਹਨਾਂ ਨੂੰ ਇਸ ਚੀਜ਼ ਦਾ ਕੋਈ ਡਰ ਹੋਣਾ ਹੈ, ਮੈਨੂੰ ਨਹੀਂ ਪਤਾ। ਆਈ ਡੋਂਟ ਨੋ। ਮੇਰੇ ਨਾਲ ਨਾ ਉਹਨਾਂ ਨੇ ਗੱਲ ਕੀਤੀ। ਜਿਹੜਾ ਪਿਛਲਾ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਇਆ ਸੀ, ਮੇਰੇ ਬਾਕੀ ਜਿੰਨੇ ਵੀ ਕਲੀਗ ਸੀਗੇ ਸਾਰਿਆਂ ਨੇ ਮਤਲਬ ਮੈਨੂੰ ਬਾਜਵਾ ਸਾਹਿਬ ਸੀ, ਪ੍ਰਗਟ ਸਿੰਘ ਜੀ ਸੀ, ਖਹਿਰਾ ਸਾਹਿਬ, ਹੈਨਰੀ ਸਾਹਿਬ, ਸਾਰੇ ਮਤਲਬ ਗਾਈਡ ਕੀਤਾ। ਮੈਂ ਉੱਥੇ ਸੈਸ਼ਨ 'ਚ ਸੀਗਾ। ਕੋਈ ਮੇਰੇ ਨਾਲ ਤਕਲੀਫ ਸੀ ਗੱਲ ਕਰਦੇ। ਮੇਰੇ ਗ੍ਰੀਵੈਂਸਸ ਤਾਂ ਹੈਗੇ ਹੈ। ਮੈਂ ਕਾਫੀ ਟਾਈਮ ਤੋਂ ਪਾਰਟੀ ਦੇ ਫੰਕਸ਼ਨ ਦੇ ਵਿੱਚ ਨਹੀਂ ਜਾ ਰਿਹਾ ਤੇ ਮੈਨੂੰ ਪੁੱਛਣਾ ਚਾਹੀਦਾ ਸੀ ਵੀ ਕੀ ਪ੍ਰੋਬਲਮ ਕੀ ਹੈ, ਕੀ ਕਿਵੇਂ ਮਸਲਾ ਹੱਲ ਹੋ ਸਕਦਾ ਹੈ। ਬਟ ਕੋਈ ਜੇ ਇੰਨਾ ਆਤਮ ਸਨਮਾਨ ਮੇਰੇ 'ਚ ਵੀ ਹੈ ਤੇ ਅਬੋਹਰ ਦੇ ਲੋਕਾਂ ਨੇ ਮੈਨੂੰ ਚੁਣਿਆ, ਮੈਂ ਮੇਰਾ ਕੰਮ ਕਰ ਰਿਹਾ। ਪਰ ਅਗਰ ਸੰਦੀਪ ਜਾਖੜ ਤੋਂ ਕੋਈ ਡਰ ਲੱਗਦਾ ਹੈ, ਕੋਈ ਐਲਰਜੀ, ਤਾਂ ਕੱਢ ਦਿਓ ਪਾਰਟੀ ਤੋਂ। ਵਜ੍ਹਾ ਕੀ ਲੱਗਦੀ ਇਸ ਤਰੀਕੇ ਦੀ ਸਟੇਟਮੈਂਟ ਦੇਣ ਲੱਗੇ? ਕਿਉਂਕਿ ਕਾਂਗਰਸ ਦੀ ਹਾਲਤ ਤਾਂ ਪਹਿਲਾਂ ਹੀ ਖਸਤਾ ਹੋਈ ਪਈ ਹੈ। 78 ਸੀਟਾਂ ਤੋਂ 18 ਸੀਟਾਂ ਤੇ ਸਿਮਟ ਗਈ ਔਰ ਇਸ ਵੇਲੇ ਕਾਂਗਰਸ ਨੂੰ ਜ਼ਿੰਦਾ ਕਰਨਾ ਹੈ, ਵਾਪਸੀ ਕਰਾਣੀ ਹੈ ਪੰਜਾਬ ਦੇ ਵਿੱਚ। ਔਰ ਉਹਨਾਂ ਚੋਂ 18 ਚੋਂ ਇੱਕ ਵਿਧਾਇਕ ਨੂੰ ਟਾਰਗੇਟ ਕੀਤਾ ਗਿਆ। ਇਸ ਦੀ ਵਜ੍ਹਾ ਸੁਨੀਲ ਜਾਖੜ ਨੇ। ਇਸ ਦੀ ਵਜ੍ਹਾ ਸੁਨੀਲ ਜਾਖੜ ਤੇ ਬੀਜੇਪੀ ਜਾਣਾ। ਉਹ ਮੈਨੂੰ ਕੀ ਪਤਾ ਕੀ ਵਜ੍ਹਾ, ਮੈਨੂੰ ਕੀ ਪਤਾ ਕਿਉਂ ਸੰਦੀਪ ਜਾਖੜ ਤੋਂ ਡਰਦੇ ਹੈ ਜਾਂ ਕਿਉਂ ਇੰਨਾ ਘਬਰਾਉਂਦੇ ਹੈ, ਕਿਉਂ ਮੈਨੂੰ ਟਾਰਗੇਟ ਕਰ ਰਹੇ ਹੈ। ਮੈਂ ਇਹ ਜੀ ਚੀਜ਼ਾਂ ਨੂੰ ਮੈਂ ਟੈਨਸ਼ਨ ਨਹੀਂ ਲੈਂਦਾ। ਐਂਡ ਜਿਵੇਂ ਮਤਲਬ ਇੱਕ ਵਕਤ ਹੁੰਦਾ, ਮਤਲਬ ਜਿਵੇਂ ਮੈਂ ਤੁਹਾਨੂੰ ਕਿਹਾ ਗ੍ਰੀਵੈਂਸਸ ਹੈ ਪਾਰਟੀ ਨਾਲ ਤੇ ਉਹ ਪ੍ਰਧਾਨ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ। ਐਂਡ ਰੋਲ ਉਹ ਹੈ ਵੀ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਵੀ ਕੀ ਇਸ਼ੂ ਕੀ ਹੈ, ਵਾਟ ਇਜ਼ ਦ ਪ੍ਰੋਬਲਮ, ਕਿਵੇਂ ਅਸੀਂ ਇਹਨੂੰ ਮਸਲਾ ਹੱਲ ਕਰ ਸਕਦੇ ਹਾਂ। 100 ਗੱਲਾਂ ਹੁੰਦੀ ਹੈ ਲੇਕਿਨ ਉਹ ਤੁਸੀਂ ਬਿਹਤਰ ਪ੍ਰਧਾਨ ਜੀ ਦੱਸ ਸਕਦੇ ਹੈ। ਤੁਹਾਡਾ ਹੁਣ ਅਗਲਾ ਸਟੈਪ ਕੀ ਰਹਿਣ ਵਾਲਾ? मैं मेरा काम कर रहे हैं जी, जो कि पार्टी इज नॉट मेकिंग मी फील वेलकम। पार्टी ने कहता भी वो संदीप जाखड़ नूं चाहती नहीं
ਨਾ ਉਹ ਮਤਲਬ ਮੇਰੇ ਨਾਲ ਗੱਲ ਕਰਨਾ ਚਾਹੁੰਦੀ, ਤੇ ਉਹ ਰੋਜ਼ ਹੀ ਮਤਲਬ ਬਿਆਨ ਦੇ ਦਿੰਦੇ, ਊਟ ਪਟਾਂਗ ਦੇ ਬਿਆਨ। ਤੇ ਮੈਂ ਆਪਣਾ ਕੰਮ ਕਰ ਰਿਹਾ, ਅੱਗੇ ਮਤਲਬ ਸਮਾਂ ਦੱਸੂਗਾ ਜੀ। ਤੁਸੀਂ ਕਾਂਗਰਸ 'ਚ ਰਹੋਗੇ ਜਾਂ ਆਪਣੇ ਗੁਰੂ ਆਪਣੇ ਸੁਨੀਲ ਜਾਖੜ ਹੋਰਾਂ ਦੇ ਨਾਲ ਬੀਜੇਪੀ ਚਲੇ ਜਾਓਗੇ? ਤੁਹਾਨੂੰ ਕੀ ਲੱਗ ਰਿਹਾ ਹੈ ਅਗਰ ਇਹ ਹਾਲਾਤ ਬਣੇ, ਜਾਂ ਤੁਸੀਂ ਹਾਈ ਕਮਾਂਡ ਦੇ ਨਾਲ, ਕਾਂਗਰਸ ਹਾਈ ਕਮਾਂਡ ਨਾਲ ਗੱਲ ਕਰੋਗੇ? ਨਹੀਂ, ਮੈਂ ਚਿੱਠੀ ਜ਼ਰੂਰ ਲਿਖੂੰਗਾ ਜੀ ਹਾਈ ਕਮਾਂਡ ਨੂੰ, ਕਿਉਂਕਿ ਮੈਂ ਆਫੀਸ਼ੀਅਲੀ ਹੁਣੇ ਵੀ ਕਾਂਗਰਸ ਪਾਰਟੀ ਦੇ ਵਿੱਚ ਆ, ਤੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਮੈਂ ਜੀ ਕੋਈ ਜਿਵੇਂ ਮੈਂ ਇੱਕ ਮਤਲਬ ਮੇਰਾ ਜਿਹੜਾ ਪਰਿਵਾਰ ਹੈ, ਮੈਂ ਇਹ ਜੀ ਗੱਲਾਂ ਪਬਲਿਕ ਫੋਰਮ 'ਚ ਮੈਂ ਨਹੀਂ ਕਰਨਾ ਚਾਹੁੰਦਾ ਜਿਹਦੇ ਨਾਲ ਪਾਰਟੀ ਨੂੰ ਹੋਰ ਨੁਕਸਾਨ ਹੋਵੇ। ਬਹੁਤ ਜ਼ਿਆਦਾ ਨੁਕਸਾਨ ਤਾਂ ਹੋ ਚੁੱਕਿਆ। ਜੇ ਕੋਈ ਮੈਨੂੰ ਪੁੱਛੂਗਾ ਤੇ ਮੈਂ ਆਪਣਾ ਜ਼ਰੂਰ ਆਪਣੀ ਗੱਲ ਜ਼ਰੂਰ ਰੱਖੂੰਗਾ, ਪਾਰਟੀ ਫੋਰਮ ਦੇ ਵਿੱਚ ਰੱਖੂੰਗਾ। ਅਗਲਾ ਸਟੈਪ ਕੀ ਹੁੰਦਾ ਉਹਦਾ ਵਕਤ ਦੱਸੂਗਾ। ਜਿਵੇਂ ਪਾਰਟੀ ਤਾਂ ਨਹੀਂ ਚਾਹੁੰਦੀ ਸੰਦੀਪ ਜਾਖੜ ਨੂੰ, ਉਹ ਤਾਂ ਕਲੀਅਰ ਹੀ ਕਰ ਰਿਹਾ, ਔਰ ਮੈਨੂੰ ਨਹੀਂ ਪਤਾ ਵੀ ਪਾਰਟੀ ਨਹੀਂ ਚਾਹੁੰਦੀ ਮੈਨੂੰ ਜਾਂ ਸਾਡੇ ਜਿਹੜੇ ਪ੍ਰਧਾਨ ਹੈ ਉਹ ਨਹੀਂ ਚਾਹੁੰਦੇ। ਉਹ ਜਦੋਂ ਗੱਲ ਕਲੀਅਰ ਹੋ ਜੂਗੀ ਫਿਰ ਕੋਈ ਅੱਗੇ ਸਟੈਪ ਲੈਵਾਂਗੇ। ਲੇਕਿਨ ਜਾਖੜ ਸਾਹਿਬ, ਤੁਹਾਨੂੰ ਵਜ੍ਹਾ ਕੀ ਲੱਗਦੀ ਹੈ ਕਿ ਕਿਉਂ ਇਸ ਤਰੀਕੇ ਦੀ ਪ੍ਰਧਾਨ ਦੀ ਸਟੇਟਮੈਂਟ ਜਿਹੜੀ ਉਹ ਸਾਹਮਣੇ ਆਈ ਹੈ? ਨਹੀਂ, ਮੈਨੂੰ ਨਹੀਂ ਪਤਾ ਕੀ ਵਜ੍ਹਾ ਹੈ, ਕਿਉਂ ਮੇਰੇ ਤੋਂ ਡਰਦੇ ਹੈ, ਕਿਉਂ ਮੇਰੇ ਤੋਂ ਘਬਰਾਉਂਦੇ ਹੈ, ਮੈਨੂੰ ਨਹੀਂ ਪਤਾ। ਤੁਹਾਡੀ ਪ੍ਰਧਾਨ ਨਾਲ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਜਾਂ ਕੋਈ ਗੱਲਬਾਤ? ਮੇਰੀ ਪ੍ਰਧਾਨ ਜੀ ਨਾਲ, ਜਿਹੜੇ ਕਾਂਗਰਸ ਦੇ ਪ੍ਰਧਾਨ ਹੈ, ਜਦੋਂ ਬਜਟ ਸੈਸ਼ਨ ਸੀ ਉਸ ਦਿਨ ਅਸੀਂ ਹੈਲੋ ਹਾਏ ਕਰਦੇ ਸੀ, ਮਿਲਦੇ ਸੀ ਜਦੋਂ ਸੈਸ਼ਨ ਦੇ ਵਿੱਚ, ਉਸ ਟਾਈਮ ਮੇਰੀ ਗੱਲ ਹੋਈ ਸੀ ਜੀ। ਉਹਦੇ ਬਾਅਦ ਨਾ ਕੋਈ ਮੇਰੀ ਉਹਨਾਂ ਨਾਲ ਗੱਲ ਹੋਈ, ਨਾ ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਨਾ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਤੁਸੀਂ ਕਿਹਾ ਕਿ ਸਮਾਂ ਦੱਸੇਗਾ ਕਿ ਅੱਗੇ ਮੈਂ ਕੀ ਕਰਨਾ ਹੈ। ਅਜੇ ਤਾਂ ਆਫੀਸ਼ੀਅਲ ਤੌਰ ਤੇ ਕਾਂਗਰਸ ਆ, ਸਮਾਂ ਇਹ ਬੀਜੇਪੀ ਵਾਲੇ ਪਾਸੇ ਵੀ ਇਸ਼ਾਰਾ ਕਰਦਾ? ਦੇਖੋ ਜੀ, ਉਹ ਤਾਂ ਅਬੋਹਰ ਦੇ ਲੋਕਾਂ ਨੇ, ਅਬੋਹਰ ਦੇ ਲੋਕਾਂ ਦੀ ਆਵਾਜ਼ ਜਿਹੜੀ ਹੋਊਗੀ, ਉਹਨਾਂ ਨੇ ਮੈਨੂੰ MLA ਬਣਾਇਆ। ਐਂਡ ਪਹਿਲੇ ਮੇਰਾ, ਜਿਵੇਂ ਮੈਂ ਪਹਿਲੇ ਵੀ ਕਿਹਾ, ਮੇਰਾ ਫੋਕਸ ਹੈ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਅਬੋਹਰ ਹਲਕੇ ਦੀ, ਉਹ ਮੈਂ ਨਿਭਾ ਰਿਹਾ। ਜਦੋਂ ਵਕਤ ਆਊਗਾ ਫਿਰ ਗੱਲ ਕਰਾਂਗੇ ਜੀ। ਤੁਸੀਂ ਇੱਕ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਜੇ ਹਿੰਮਤ ਹੈ ਤਾਂ ਮੈਨੂੰ ਪਾਰਟੀ 'ਚੋਂ ਕੱਢ ਕੇ ਦਿਖਾਓ, ਇਹ ਚੈਲੰਜ ਕਰ ਰਹੇ ਹੋ ਤੁਸੀਂ ਪ੍ਰਧਾਨ ਸਾਹਿਬ? ਨਹੀਂ, ਮੈਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰ ਰਿਹਾ। ਮੈਂ ਕਹਿ ਰਿਹਾ ਉਹਨਾਂ ਦਾ ਅਧਿਕਾਰ ਖੇਤਰ ਹੈ ਪ੍ਰਧਾਨ ਜੀ ਦਾ। ਜੇ ਉਹ ਮੈਨੂੰ ਕੱਢਣਾ ਚਾਹੁੰਦੇ ਆ ਤਾਂ ਕੱਢ ਦੇਣ, ਕੌਣ ਰੋਕਦਾ ਉਹਨਾਂ ਨੂੰ? ਜੇ ਉਹ ਮੈਨੂੰ ਚੈਲੰਜ ਕਰ ਰਹੇ ਵੀ ਚੈਲੰਜ, ਮੈਂ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਰਿਹਾ। ਮੈਂ ਤਾਂ ਉਹਨਾਂ ਨੂੰ ਕਹਿ ਰਿਹਾ ਤੁਹਾਨੂੰ ਆਹ ਹੀ ਨਹੀਂ ਪਤਾ ਵੀ ਤੁਸੀਂ ਪ੍ਰਧਾਨ ਹੋ ਪਾਰਟੀ ਦੇ, ਤੁਹਾਡਾ ਅਧਿਕਾਰ ਖੇਤਰ ਹੈ। ਜੇ ਤੁਸੀਂ ਮੈਨੂੰ ਕੱਢਣਾ ਚਾਹੁੰਦੇ ਤਾਂ ਕੱਢ ਕੇ ਨੋਟਿਸ ਦੇ ਕੇ ਪਰਾਂ ਮਾਰੋ। ਜੀ ਠੀਕ ਹੈ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਪੰਕਜ। ਇੱਕ ਬਿਆਨ ਆਉਂਦਾ ਹੈ, ਰਾਜਾ ਵੜਿੰਗ ਅਬੋਹਰ ਦੇ ਵਿੱਚ ਵਰਕਰਾਂ ਨੂੰ ਸੰਬੋਧਨ ਕਰਦੇ ਨੇ, ਜਿਸ ਦੇ ਵਿੱਚ ਸੰਦੀਪ ਜਾਖੜ ਤੇ ਨਿਸ਼ਾਨਾ ਸਾਧਦੇ ਨੇ ਤੇ ਕਹਿੰਦੇ ਨੇ ਕਿ ਸੰਦੀਪ ਜਾਖੜ ਨੂੰ ਜੇ ਆਪਣੀ ਹਮਾਇਤ ਤੇ ਇੰਨਾ ਭਰੋਸਾ ਹੈ, ਅਬੋਹਰ ਦੇ ਵਿੱਚ ਆਪਣੀ ਹਮਾਇਤ ਤੇ ਇੰਨਾ ਭਰੋਸਾ ਹੈ, ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਕੇ ਮੁੜ ਚੋਣ ਕਿਉਂ ਨਹੀਂ ਲੜ ਲੈਂਦੇ? ਤਾਂ ਉਸ ਨੂੰ ਲੈ ਕੇ ਸੰਦੀਪ ਜਾਖੜ ਨੇ ਹੁਣ ਪਲਟਵਾਰ ਕੀਤਾ ਹੈ। ਸੰਦੀਪ ਜਾਖੜ ਨੇ ਕਿਹਾ ਹੈ ਕਿ ਕੌਣ ਰੋਕ ਰਿਹਾ ਹੈ ਰਾਜਾ ਵੜਿੰਗ ਨੂੰ, ਮੈਨੂੰ ਪਾਰਟੀ ਚੋਂ ਬਾਹਰ ਕੱਢ ਦੇਣ ਜੇ ਉਹਨਾਂ ਨੂੰ ਮੈਂ ਨਹੀਂ ਪਸੰਦ ਤਾਂ ਉਹ ਇਹ ਵੀ ਕਹਿ ਰਹੇ ਨੇ ਕਿ ਕੀ ਪਾਰਟੀ ਨੂੰ ਸੰਦੀਪ ਜਾਖੜ ਨਹੀਂ ਪਸੰਦ ਜਾਂ ਫਿਰ ਰਾਜਾ ਵੜਿੰਗ ਨੂੰ ਨਹੀਂ ਪਸੰਦ, ਕੋਈ ਗੱਲ ਨਹੀਂ ਕਰ ਰਿਹਾ। ਰਾਜਾ ਵੜਿੰਗ ਨੂੰ ਜੇ ਨਹੀਂ ਪਸੰਦ ਤਾਂ ਉਹਨਾਂ ਨੂੰ ਕੌਣ ਰੋਕ ਰਿਹਾ ਹੈ? ਉਹ ਸੂਬਾ ਪ੍ਰਧਾਨ ਨੇ, ਪਾਰਟੀ ਚੋਂ ਕੱਢ ਦੇਣ। ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਰਾਜਾ ਵੜਿੰਗ ਪ੍ਰਧਾਨ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾ ਰਹੇ। ਅਗਰ ਕੋਈ ਇਨਡਿਸਪਲਿਨ ਉਹਨਾਂ ਨੂੰ ਲੱਗਦਾ ਹੈ, ਕੋਈ ਗੱਲ ਲੱਗਦੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਨ, ਲੇਕਿਨ ਉਹ ਗੱਲ ਨਹੀਂ ਕਰ ਰਹੇ, ਇਹੋ ਜਿਹੀ ਬਿਆਨਬਾਜ਼ੀ ਦੇ ਰਹੇ ਨੇ। ਸਾਡੇ ਸਹਿਯੋਗੀ ਪੰਕਜ ਕਪਾਹੀ ਜੁੜ ਚੁੱਕੇ ਨੇ। ਪੰਕਜ, ਕਿਵੇਂ ਦੇਖਿਆ ਜਾਵੇ ਇਹਨਾਂ ਬਿਆਨਾਂ ਨੂੰ? ਰਾਜਾ ਵੜਿੰਗ ਅਬੋਹਰ 'ਚ ਜਾ ਕੇ ਬਿਆਨ ਦਿੰਦੇ ਨੇ ਤੇ ਹੁਣ ਉਸ ਤੋਂ ਬਾਅਦ ਸੰਦੀਪ ਜਾਖੜ ਕਹਿ ਰਹੇ ਨੇ ਕਿ ਸੂਬਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ। ਜੇ ਉਹਨਾਂ ਨੂੰ ਲੱਗਦਾ ਹੈ ਕਿਤੇ ਇਨਡਿਸਪਲਿਨ ਹੋ ਰਿਹਾ ਹੈ ਤਾਂ ਉਹ ਮੇਰੇ ਨਾਲ ਗੱਲ ਕਰਨ, ਜੇ ਉਹਨਾਂ ਨੂੰ ਮੈਂ ਨਹੀਂ ਪਸੰਦ ਤਾਂ ਉਹ ਮੈਨੂੰ ਕੱਢ ਦੇਣ ਪਾਰਟੀ 'ਚ, ਉਹਨਾਂ ਨੂੰ ਕੌਣ ਰੋਕ ਰਿਹਾ ਹੈ? ਇਹਨਾਂ ਬਿਆਨਾਂ ਨੂੰ ਕਿਵੇਂ ਦੇਖਿਆ ਜਾਵੇ? पंकज, ਤੁਹਾਨੂੰ आवाज मिल रही है? ਤਾਂ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਦੇ ਨਾਲ ਗੱਲਬਾਤ ਕਰਨ ਦੀ। ਇਹ ਬਿਆਨ ਆਇਆ ਹੈ ਸੰਦੀਪ ਜਾਖੜ ਦਾ। ਇਸ ਤੋਂ ਪਹਿਲਾਂ ਰਾਜਾ ਵੜਿੰਗ ਅਬੋਹਰ ਪਹੁੰਚੇ ਸੀ ਬੀਤੇ ਦਿਨੀ, ਜਿੱਥੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਅਬੋਹਰ ਤੋਂ ਹੀ ਵਿਧਾਇਕ ਨੇ ਸੰਦੀਪ ਜਾਖੜ, ਤੇ ਉੱਥੇ ਜਾ ਕੇ ਰਾਜਾ ਵੜਿੰਗ ਨੇ ਕਿਹਾ ਕਿ ਜੇ ਆਪਣੀ ਹਮਾਇਤ ਦਾ ਸੰਦੀਪ ਜਾਖੜ ਨੂੰ ਭਰੋਸਾ ਹੈ ਤਾਂ ਉਹ ਅਸਤੀਫਾ ਦੇ ਕੇ ਚੋਣ ਕਿਉਂ ਨਹੀਂ ਲੜ ਲੈਂਦੇ? ਪਾਰਟੀ, ਕਾਂਗਰਸ ਪਾਰਟੀ ਛੱਡ ਕੇ ਇੱਥੋਂ ਅਸਤੀਫਾ ਦੇ ਕੇ ਚੋਣ ਕਿਉਂ ਨਹੀਂ ਲੜ ਲੈਂਦੇ? ਇਹ ਉਹਨਾਂ ਨੇ ਚੈਲੰਜ ਕੀਤਾ, ਜਿਸ ਤੇ ਹੁਣ ਸੰਦੀਪ ਜਾਖੜ ਦਾ ਬਿਆਨ ਆਇਆ ਹੈ। ਸੰਦੀਪ ਜਾਖੜ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਹੈ ਕਿ ਰਾਜਾ ਵੜਿੰਗ ਸੂਬਾ ਪ੍ਰਧਾਨ ਨੇ, ਕਾਂਗਰਸ ਦੇ ਪ੍ਰਧਾਨ ਨੇ,
ਜੇ ਉਹਨਾਂ ਨੂੰ ਮੈਂ ਨਹੀਂ ਪਸੰਦ ਜਾਂ ਉਹਨਾਂ ਨੂੰ ਲੱਗਦਾ ਹੈ ਇਨਡਿਸਪਲਿਨ ਤਾਂ ਫਿਰ ਉਹ ਪਾਰਟੀ ਚੋਂ ਕੱਢ ਦੇਣ, ਉਹਨਾਂ ਨੂੰ ਕੌਣ ਰੋਕ ਰਿਹਾ ਹੈ। ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਦੀ ਸੂਬਾ ਪ੍ਰਧਾਨ ਦੇ ਤੌਰ ਤੇ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਵੜਿੰਗ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾ ਰਹੇ। ਜੇ ਉਹਨਾਂ ਨੂੰ ਇਨਡਿਸਪਲਿਨ ਲੱਗਦਾ ਹੈ, ਕੋਈ ਗੱਲ ਉਹਨਾਂ ਨੂੰ ਲੱਗਦੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਨ, ਪਾਰਟੀ ਮੇਰੇ ਨਾਲ ਗੱਲ ਕਰੇ, ਲੇਕਿਨ ਮੇਰੇ ਨਾਲ ਗੱਲ ਨਹੀਂ ਕੀਤੀ ਜਾ ਰਹੀ, ਸਗੋਂ ਇਹੋ ਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਹੋਏ ਨੇ। ਪੰਕਜ, ਤੁਹਾਨੂੰ ਆਵਾਜ਼ ਮਿਲ ਰਹੀ ਹੈ? ਬਿਲਕੁਲ ਬਿਲਕੁਲ ਅਰਸ਼, ਕਾਂਗਰਸ ਦੀ ਇਹੀ ਵਜ੍ਹਾ ਕਰਕੇ, ਆਪਸੀ ਬਿਆਨਬਾਜ਼ੀ ਦੀ ਵਜ੍ਹਾ ਕਰਕੇ ਇਹ 70 ਤੋਂ 18 ਸੀਟਾਂ ਦੇ ਉੱਤੇ ਸਿਮਟ ਕੇ ਕਾਂਗਰਸ ਰਹਿ ਗਈ ਹੈ। ਔਰ ਇੱਕ ਹੁਣ ਨਵਾਂ ਕਲੇਸ਼ ਜਿਹੜਾ ਵਾ ਉਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਤਿਰੰਗਾ ਯਾਤਰਾ ਰਾਜਾ ਵੜਿੰਗ ਵੱਲੋਂ ਕੱਢੀ ਜਾ ਰਹੀ ਸੀ ਪੂਰੇ ਪੰਜਾਬ ਦੇ ਵਿੱਚ। ਔਰ ਉਸ ਦੌਰਾਨ ਜਦੋਂ ਅਬੋਹਰ ਪਹੁੰਚਦੇ ਨੇ ਤਾਂ ਇੱਕ ਪ੍ਰੈਸ ਨੋਟ ਜਾਰੀ ਕਰਦੇ ਨੇ, ਇੱਕ ਸਟੇਟਮੈਂਟ ਦਿੰਦੇ ਨੇ ਜੋ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਦੇ ਖਿਲਾਫ ਹੀ ਹੁੰਦੀ ਹੈ। ਔਰ ਇਹ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਜਾਂਦਾ ਰਾਜਾ ਵੜਿੰਗ ਵੱਲੋਂ ਕਿ ਤੁਸੀਂ ਇਲੈਕਸ਼ਨ ਦੁਬਾਰਾ ਲੜੋ ਇਸਤੀਫਾ ਦੇ ਕੇ, ਤਾਂ ਫਿਰ ਪਤਾ ਲੱਗ ਜਾਏਗਾ ਕਿ ਅਬੋਹਰ ਦੇ ਵਿੱਚ ਕਾਂਗਰਸ ਮਰੀ ਹੈ ਜਾਂ ਨਹੀਂ। ਤਾਂ ਇਸ ਗੱਲ ਦਾ ਚੈਲੰਜ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਜਦੋਂ ਸੰਦੀਪ ਜਾਖੜ ਨਾਲ ਨਿਊਜ਼ 18 ਗੱਲਬਾਤ ਕਰਦਾ ਹੈ ਤਾਂ ਉਹ ਮੌਜੂਦਾ ਪ੍ਰਧਾਨ ਦੇ ਉੱਤੇ ਸਵਾਲ ਚੁੱਕ ਦਿੰਦੇ ਨੇ, ਕਹਿੰਦੇ ਨੇ ਕਿ ਮੁਲਾਕਾਤ ਨਹੀਂ ਕਰ ਰਹੇ। ਔਰ ਇੰਨਾ ਹੀ ਨਹੀਂ ਬਲਕਿ ਇਹ ਵੀ ਕਹਿ ਦਿੰਦੇ ਨੇ ਕਿ ਹੁਣ ਅਬੋਹਰ ਦੇ ਲੋਕ ਦੱਸਣਗੇ ਕਿ ਅਗਲਾ ਫੈਸਲਾ ਕੀ ਕੀਤਾ ਜਾਣਾ ਵਾ। ਲੇਕਿਨ ਇਸ ਦੇ ਨਾਲ ਇਹ ਵੀ ਕਹਿੰਦੇ ਨੇ ਕਿ ਪਾਰਟੀ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੀ ਹੈ। ਇਸ ਦੀ ਵੱਡੀ ਵਜ੍ਹਾ ਇਹ ਵੀ ਅਰਸ਼ ਕਿਉਂਕਿ ਸੁਨੀਲ ਜਾਖੜ ਦੀ ਇਹ ਜੱਦੀ ਸੀਟ ਹੈ। ਸੁਨੀਲ ਜਾਖੜ ਪਹਿਲਾਂ ਇੱਥੋਂ ਇਲੈਕਸ਼ਨ ਲੜਦੇ ਸੀਗੇ, ਲੇਕਿਨ ਸੁਨੀਲ ਜਾਖੜ ਕਾਂਗਰਸ ਤੋਂ ਨਾਰਾਜ਼ ਹੋ ਗਏ, ਉਹਨਾਂ ਨੇ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਤਾਂ ਸੰਦੀਪ ਜਾਖੜ ਦੇ ਗੁਰੂ ਵੀ ਨੇ ਸੁਨੀਲ ਜਾਖੜ, ਤਾਂ ਇਸ ਵਜ੍ਹਾ ਕਰਕੇ ਵੀ ਰਾਜਾ ਵੜਿੰਗ ਵੱਲੋਂ ਨਿਸ਼ਾਨਾ ਜਿਹੜਾ ਵਾ ਉਹ ਸੰਦੀਪ ਜਾਖੜ ਦੇ ਉੱਤੇ ਸਾਧਿਆ ਜਾ ਰਿਹਾ ਵਾ। ਲੇਕਿਨ ਕਿਵੇਂ ਦੇਖਿਆ ਜਾਵੇ ਕਿ ਪਾਰਟੀ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਪਹਿਲਾਂ ਨਜ਼ਰ ਆਈਆਂ, ਇਲੈਕਸ਼ਨਸ ਤੋਂ ਪਹਿਲਾਂ ਨਜ਼ਰ ਆਈਆਂ, ਉਹ ਹੁਣ ਵੀ ਕਿਤੇ ਨਾ ਕਿਤੇ ਉਹ ਨਜ਼ਰ ਆ ਰਹੀਆਂ ਨੇ, ਖਾਸ ਕਰਕੇ ਸੰਦੀਪ ਜਾਖੜ ਇਸ ਕਰਕੇ ਵੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸੁਨੀਲ ਜਾਖੜ ਦੇ ਭਤੀਜੇ ਵੀ ਨੇ, ਤੇ ਇਸ ਕਰਕੇ ਵਾਰ-ਵਾਰ ਇਹ ਕਿਆਸ ਲਗਾਏ ਜਾਂਦੇ ਰਹੇ ਕਿ ਸੰਦੀਪ ਜਾਖੜ ਵੀ ਕੀ ਹੁਣ ਕਾਂਗਰਸ ਛੱਡ ਕੇ ਬੀਜੇਪੀ ਦਾ ਪੱਲਾ ਫੜਨਗੇ, ਜਾਂ ਫਿਰ ਜੋ ਬਿਆਨਬਾਜ਼ੀਆਂ ਵੀ ਉਹਨਾਂ ਦੀਆਂ ਨਜ਼ਰ ਆਈਆਂ ਉਸ ਤੋਂ ਵੀ ਕਿਤੇ ਨਾ ਕਿਤੇ ਇਹ ਕਿਆਸ ਲਾਏ ਜਾਂਦੇ ਰਹੇ। ਤਾਂ ਹੁਣ ਸੂਬਾ ਪ੍ਰਧਾਨ ਰਾਜਾ ਵੜਿੰਗ ਜਦੋਂ ਇਹ ਸਵਾਲ ਚੁੱਕਦੇ ਨੇ, ਜੋ ਸੰਦੀਪ ਜਾਖੜ ਵੀ ਕਹਿ ਰਹੇ ਨੇ ਕਿ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੇ ਨਾਲ ਗੱਲਬਾਤ ਕਰਨ। ਦੇਖੋ, ਦੋ ਇਸ ਦੇ ਵਿੱਚ ਅਹਿਮ ਗੱਲਾਂ ਨੇ। ਇੱਕ ਤਾਂ ਰਾਜਾ ਵੜਿੰਗ ਖੁਦ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਕਾਂਗਰਸ ਦੇ ਵਿੱਚ ਰਹਿਣਾ ਹੈ ਤਾਂ 3D ਫਾਰਮੂਲੇ ਦੇ ਉੱਤੇ ਕੰਮ ਕਰਨਾ ਪਏਗਾ। 3D ਦੇ ਵਿੱਚ ਇੱਕ ਡਿਸਪਲਿਨ ਹੈ, ਔਰ ਡਿਸਪਲਿਨ ਦਾ ਮਤਲਬ ਰਾਜਾ ਵੜਿੰਗ ਇਹ ਕਹਿੰਦੇ ਨੇ ਕਿ ਕਿਸੇ ਵੀ ਕਾਂਗਰਸ ਦੇ ਲੀਡਰ ਨੂੰ ਕਿਸੇ ਕਾਂਗਰਸ ਦੇ ਲੀਡਰ ਤੇ ਇਤਰਾਜ਼ ਹੈ ਤਾਂ ਪਾਰਟੀ ਪਲੇਟਫਾਰਮ ਤੇ ਗੱਲ ਰੱਖਣ, ਨਾ ਕਿ ਮੀਡੀਆ ਦੇ ਸਾਹਮਣੇ ਗੱਲ ਰੱਖੀ ਜਾਵੇ। ਲੇਕਿਨ ਇਹ 3D ਫਾਰਮੂਲਾ ਆਪਣੇ ਦੇ ਉੱਤੇ ਹੀ ਰਾਜਾ ਵੜਿੰਗ ਅਪਣਾਉਂਦੇ ਹੋਏ ਨਜ਼ਰ ਨਹੀਂ ਆ ਰਹੇ, ਕਿਉਂਕਿ ਖੁਦ ਉਹਨਾਂ ਵੱਲੋਂ ਪ੍ਰੈਸ ਨੋਟ ਜਾਰੀ ਹੋਇਆ ਆਪਣੇ ਹੀ ਕਾਂਗਰਸ ਦੇ ਵਿਧਾਇਕ ਦੇ ਖਿਲਾਫ। ਔਰ ਉਸ ਤੋਂ ਬਾਅਦ ਇਸ ਗੱਲ ਤੇ ਇਤਰਾਜ਼ ਵੀ ਸੰਦੀਪ ਜਾਖੜ ਵੱਲੋਂ ਜ਼ਾਹਰ ਕੀਤਾ ਗਿਆ। ਔਰ ਸੰਦੀਪ ਜਾਖੜ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਮੇਰੇ ਨਾਲ ਗੱਲਬਾਤ ਕੀਤੀ ਜਾਵੇ, ਲੇਕਿਨ ਮੈਨੂੰ ਪਾਰਟੀ ਦਾ ਬਿਹੇਵੀਅਰ ਜਿਹੜਾ ਹੈ, ਖਾਸ ਤੌਰ ਤੇ ਪ੍ਰਧਾਨ ਦਾ ਬਿਹੇਵੀਅਰ ਸਹੀ ਤਰੀਕੇ ਦਾ ਨਹੀਂ ਹੈ ਜੋ ਇਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਪਾਰਟੀ ਚੋਂ ਕੱਢਣ ਦੀ ਗੱਲ ਹੈ ਜਾਂ ਪਾਰਟੀ ਛੱਡਣ ਦੀ ਗੱਲ ਹੈ, ਸੰਦੀਪ ਜਾਖੜ ਆਪ ਪਾਰਟੀ ਨਹੀਂ ਛੱਡਣਗੇ। ਅਗਰ ਆਪ ਸੰਦੀਪ ਜਾਖੜ ਵੱਲੋਂ ਛੱਡੀ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਵਿਧਾਇਕੀ ਵੀ ਚਲੇ ਜਾਏਗੀ ਦੁਬਾਰਾ। ਜੀ।